ਸਾਹਿਬ ਜੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਜ ਬੈਠੀ ਗੁਰੂ ਕੇ ਸਤ ਸੰਗੀ ਜਨੋਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਉਪਰੰਤ ਆਪਣੇ ਦਰ 'ਤੇ ਪਾਵਨ ਗੁਰਬਾਣੀ ਦੇ ਜਾਪ ਸ਼ਬਦ ਕੀਰਤਨ ਦੇ ਨਾਲ ਸਾਡੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕੀਤਾ ਹੈ। ਕੁਝ ਸਮਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਵਿੱਚੋਂ ਅਸੀਂ ਵਿਚਾਰ ਕਰਨੀ ਹੈ। ਬੜੇ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਜੋ ਹੁਣੇ ਅਸੀਂ ਪਾਵਨ ਪੌੜੀ ਆਨੰਦ ਸਾਹਿਬ ਬਾਣੀ ਦੇ ਵਿੱਚੋਂ ਸਰਵਣ ਕੀਤੀ ਹੈ, ਗੁਰੂ ਅੱਗੇ ਅਰਜ਼ੋਈ ਕਰੀਏ ਪਾਤਸ਼ਾਹ ਰਹਿਮਤ ਕਰਨੀ, ਆਪ ਇਸ ਪਾਵਨ ਪੌੜੀ ਦੀ ਵਿਚਾਰ ਕਰਵਾ ਲੈਣੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਪਾਸੋਂ ਅਸੀਸ ਪ੍ਰਾਪਤ ਕਰੀਏ। ਬੜੇ ਅਦਬ ਸਤਿਕਾਰ ਨਾਲ ਸਾਰੀ ਸੰਗਤ ਝੁਕਾਓ ਸੀਸ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦੀ ਇਹ ਪੌੜੀ 34ਵੀਂ ਪੌੜੀ, ਜਿਸ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ, ਜਦੋਂ ਮਨੁੱਖ ਪਰਮਾਤਮਾ ਦੇ ਰਸਤੇ ਉੱਤੇ ਚੱਲਦਾ, ਜਦੋਂ ਇਨਸਾਨ ਮਨ ਵਿੱਚ ਇਹ ਧਾਰਨ ਕਰ ਲੈਂਦਾ ਕਿ ਮੈਂ ਪਰਮਾਤਮਾ ਦੀ ਬੰਦਗੀ ਕਰਨੀ, ਮੈਂ ਮਿਲਾਪ ਪਰਮਾਤਮਾ ਦੇ ਨਾਲ ਕਰਨਾ, ਤੇ ਆਣ ਕੇ ਉਸ ਰਸਤੇ ਉੱਤੇ ਤੁਰਦਾ ਹੋਇਆ ਉਸ ਦਰ 'ਤੇ ਪਹੁੰਚਦਾ ਹੈ ਜਿਸ ਦਰ ਦੇ ਉੱਤੋਂ ਇਹ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਤੇ ਜਦੋਂ ਉਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਮਨ ਵਿੱਚ ਪ੍ਰਭੂ ਦੇ ਆਉਣ ਦੀ ਆਵਾਜ਼ ਪੈਂਦੀ ਹੈ, ਤੇ ਫਿਰ ਮਨੁੱਖ ਚਾਅ ਦੇ ਵਿੱਚ, ਖੁਸ਼ੀ ਦੇ ਵਿੱਚ, ਖੇੜੇ ਦੇ ਵਿੱਚ ਉਸ ਪ੍ਰਭੂ ਦੇ ਗੁਣ ਗਾਉਂਦਾ ਹੋਇਆ ਆਪਣੇ ਮਾਲਕ, ਆਪਣੇ ਪਤੀ, ਆਪਣੇ ਪਰਮੇਸ਼ਰ ਦੇ ਆਉਣ ਦੀ ਤਾਂਘ ਰੱਖਦਾ ਹੈ।
ਕੱਲ ਅਸੀਂ ਸਰਵਣ ਕੀਤਾ ਸੀ ਕਿ ਇਸ ਧਰਤੀ ਤੇ ਉਸ ਪ੍ਰਮਾਤਮਾ ਨੇ ਆਪਣੀ ਜੋਤ ਟਿਕਾਈ ਤੇ ਇਹ ਸਰੀਰ ਬਣਿਆ, ਨਹੀਂ ਤੇ ਇਹ ਮਿੱਟੀ ਹੈ। ਤੇ ਜਦੋਂ ਇਹ ਸਮਝ ਆ ਗਈ ਕਿ ਇਹ ਅਸਲ ਵਿੱਚ ਜਿਹੜਾ ਸਰੀਰ ਧਰਤੀ ਦੇ ਉੱਤੇ ਸਥਾਪਿਤ ਹੈ, ਇਹ ਸਰੀਰ ਜਿਹੜਾ ਜਿਹਦੀ ਬਣਾਵਟ ਪਰਮਾਤਮਾ ਨੇ ਬਣਾਈ ਹੈ, ਅਸਲੀਅਤ ਇਹ ਹੈ ਕਿ ਇਹਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਤੇ ਉਸ ਜੋਤ ਨੂੰ ਪਵਿੱਤਰ ਰੱਖਣ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਲਿਆ ਉਸ ਪਰਮਾਤਮਾ ਦੀ ਬੰਦਗੀ ਕਰ। ਅਸੀਂ ਇਹ ਕੱਲ੍ਹ ਵਿਚਾਰਿਆ ਸੀ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਤੇਰੇ ਮਨ ਦੇ ਅੰਦਰ ਇਹ ਚਾਹਤ ਪੈਦਾ ਹੋ ਜਾਂਦੀ ਹੈ ਨਾ ਉਹਦੀ ਬੰਦਗੀ ਦੀ, ਤੇ ਫਿਰ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਆਗਮਨ ਦਾ ਭਾਵ ਹੈ ਆਗਮਨ, ਆਉਣਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਨ ਅੰਦਰ ਉਦੋਂ ਖੇੜਾ ਆ ਗਿਆ, ਆਨੰਦ ਆ ਗਿਆ, ਚਾਅ ਪੈਦਾ ਹੋ ਗਿਆ। ਕਦੋਂ? ਜਦੋਂ ਇਹ ਸੁਣ ਲਿਆ ਕਿ ਹੁਣ ਪ੍ਰਭੂ ਇਸ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕੇ ਵਸਣ ਲੱਗਾ। ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ, ਮਨੁੱਖ ਬੜੀਆਂ ਠੋਕਰਾਂ ਖਾਂਦਾ ਹੈ, ਦੌੜਾ ਭੱਜਦਾ ਹੈ। ਜਦੋਂ ਉਸ ਦੌੜ ਭੱਜ ਦੇ ਵਿੱਚ ਥੱਕ ਜਾਂਦਾ ਹੈ, ਫਿਰ ਕੋਈ ਨਾ ਕੋਈ ਤੇ ਸਹਾਰਾ ਮੰਗਦਾ ਨਾ, ਕਿ ਕੋਈ ਉਹ ਰੱਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਰਾ ਦੇ ਦੇਵੇ। ਫਿਰ ਉਸ ਆਸਰੇ ਨੂੰ ਭਾਲਣ ਵਾਸਤੇ ਮਨੁੱਖ ਕਈ ਵਾਰ ਬੁੱਤਾਂ ਨੂੰ ਪੂਜ ਕੇ, ਉਹਦਾ ਰੂਪ ਸਮਝ ਕੇ ਉਹਨਾਂ ਦੀ ਪੂਜਾ ਕਰਦਾ ਹੈ। ਕਈ ਵਾਰ ਪਾਣੀ ਦੀ ਪੂਜਾ ਕਰਨ ਲੱਗ ਪੈਂਦਾ ਹੈ, ਕਈ ਵਾਰ ਅੱਗ ਦੀ ਪੂਜਾ ਕਰਨ ਲੱਗ ਪੈਂਦਾ ਹੈ। ਅਸੀਂ ਦੇਖਦੇ ਹਾਂ ਨਾ ਕਿ ਧਰਵਾਸ ਮਿਲ ਜਾਵੇ। ਗੁਰੂ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਝਾਤ ਵੱਲ, ਉਹਨਾਂ ਦੇ ਜੀਵਨ ਵੱਲ ਝਾਤ ਪਾਈਏ ਨਾ, ਇਹ ਸਭ ਕੁਝ ਉਹਨਾਂ ਨੇ ਕਰਮ ਕਰ ਲਏ। ਇਸ਼ਨਾਨ ਵੀ ਕੀਤੇ, ਭਲਿਆਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਵੀ ਜੁੜ ਕੇ ਬੈਠਣਾ, ਸੰਗ ਵੀ ਨਾਲ ਲੈ ਕੇ ਜਾਣਾ, ਪਰ ਮਨ ਨੂੰ ਧਰਵਾਸ ਨਹੀਂ ਆਇਆ ਜਦੋਂ ਤੱਕ ਗੁਰੂ ਨੇ ਕਿਰਪਾ ਨਹੀਂ ਕੀਤੀ। ਜਿਸ ਦਿਨ ਗੁਰੂ ਦੇ ਨਾਲ ਮਿਲਾਪ ਹੋਇਆ ਨਾ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਹ ਮੇਰੇ ਗੁਰੂ ਕੇ ਪਿਆਰੇ ਸਿੱਖੋ, ਮੈਂ ਪੁਕਾਰ ਪੁਕਾਰ ਕੇ ਆਖਦਾ ਕਿ ਜਦੋਂ ਸਤਿਗੁਰੂ ਰਹਿਮਤ ਕਰਦਾ ਏ ਤੇ ਫਿਰ ਉਹ ਪਰਮਾਤਮਾ ਇਸ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕੇ ਵਸ ਪੈਂਦਾ। ਤੇ ਜਦੋਂ ਉਹਦੇ ਆਗਮਨ ਦਾ, ਉਹਦੇ ਆਉਣ ਦਾ ਪਤਾ ਚੱਲਦਾ ਹੈ, ਤੇ ਫਿਰ ਮਨ ਵਿੱਚ ਜਿਹੜਾ ਖੇੜਾ ਆਉਂਦਾ ਹੈ ਨਾ, ਉਹ ਕਦੇ ਮਿਟਦਾ ਨਹੀਂ। ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਗੁਰੂ ਘਰ ਅਸੀਂ ਸਾਰੇ ਹੀ ਆਉਂਦੇ ਹਾਂ, ਪਰ ਜਿਹੜਾ ਆ ਅੰਮ੍ਰਿਤ ਵੇਲੇ ਦਾ ਖੇੜਾ ਨਾ, ਇਹ ਅੰਮ੍ਰਿਤ ਵੇਲੇ ਦਾ ਆਨੰਦ ਹੈ। ਜਿਹਦੇ ਅੰਦਰ ਤੇ ਇਹ ਅੰਮ੍ਰਿਤ ਵੇਲੇ ਦੀ ਤਾਂਘ ਵਸ ਗਈ ਬੰਦਗੀ ਕਰਨ ਦਾ, ਜਿਹਦੇ ਅੰਦਰ ਪਿਆਰ ਬਣ ਗਿਆ, ਉਹਨੂੰ ਫਿਰ ਕੋਈ ਵੀ ਆਲਸ ਨਹੀਂ ਵਿਆਪਦਾ, ਉਹ ਦੌੜਾ ਆਉਂਦਾ। ਉਹ ਫਿਰ ਮਨ ਵਿੱਚ ਕਹਿੰਦਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ। ਮੋਇ ਰੈਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਪਾਤਸ਼ਾਹ ਜਦੋਂ ਤੱਕ ਮੈਂ ਤੇਰੇ ਗੁਰੂ ਦੇ ਦਰ ਦੇ ਦਰਸ਼ਨ ਨਹੀਂ ਕਰ ਲੈਂਦਾ ਨਾ, ਜਦੋਂ ਤੱਕ ਮੈਂ ਤੇਰੀਆਂ ਦਹਲੀਜ਼ਾਂ ਦੇ ਉੱਤੇ ਆਣ ਕੇ ਆਪਣੇ ਮੱਥਾ ਨਹੀਂ ਰੱਖਦਾ, ਉਦੋਂ ਤੱਕ ਮੈਨੂੰ ਚਾਅ ਨਹੀਂ ਆਉਂਦਾ, ਉਦੋਂ ਤੱਕ ਮੈਨੂੰ ਚੈਨ ਨਹੀਂ ਆਉਂਦਾ। ਜਦੋਂ ਮੈਂ ਤੇਰੇ ਆਣ ਕੇ ਦਰਸ਼ਨਾਂ ਨੂੰ ਪਰਸ ਲੈਣਾ, ਮੇਰੇ ਮੱਥੇ ਉੱਤੇ ਖੇੜਾ ਆ ਜਾਂਦਾ। ਕਿਉਂ? ਕਿਉਂਕਿ ਤੂੰ ਮੇਰੀ ਝੋਲੀ ਵਿੱਚ ਉਸ ਖਸਮ ਪ੍ਰਭੂ ਦੀ ਬਾਣੀ ਪਾ ਦਿੰਦਾ, ਉਸ ਬਾਣੀ ਦੇ ਨਾਲ ਮੇਰੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਜਦੋਂ ਮਨੁੱਖ ਦੇ ਮਨ ਦੇ ਅੰਦਰ ਇਹ ਪ੍ਰਗਟ ਹੋ ਜਾਂਦਾ ਹੈ ਕਿ ਉਹ ਪ੍ਰਭੂ ਹੁਣ ਇਸ ਹਿਰਦੇ ਰੂਪੀ ਸੇਜਾ ਦੇ ਉੱਤੇ ਆਣ ਕੇ ਵਸਣ ਲੱਗਾ, ਉਹ ਆ ਰਿਹਾ ਹੈ, ਤੇ ਫਿਰ ਉਹਦੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਧਿਆਨ ਨਾਲ ਦਿਓ, ਅੱਤ ਦਾ ਗਲੀਚ ਘਰ ਹੋਵੇ, ਜਿੱਥੇ ਚਿੱਕੜ ਹੋਵੇ, ਕੂੜਾ ਕਰਕਟ ਹੋਵੇ,
ਅਸੀਂ ਸਾਰੇ ਸੰਸਾਰੀ ਹਾਂ, ਘਰ ਗ੍ਰਸਤੀ ਹਾਂ। ਕਦੇ ਅਸੀਂ ਆਖਿਆ ਕਿ ਇਸ ਗੰਦੇ ਘਰ ਦੇ ਵਿੱਚ ਫਰਨੀਚਰ ਲਿਆ ਕੇ ਰੱਖ ਲਈਏ? ਆ ਕੂੜਾ ਕਰਕਟ ਵਾਲਾ ਜਿੱਥੇ ਢੇਰ ਲੱਗੇ ਨੇ ਕੂੜੇ ਦੇ, ਗੰਦਾ ਏ, ਕਲੀ ਕੰਧਾਂ ਦੇ ਨਾਲੋਂ ਕਿਰ ਰਹੀ ਏ, ਅਸੀਂ ਕਦੀ ਆਖਿਆ ਕਿ ਇਹਦੇ ਵਿੱਚ ਲਿਆ ਕੇ ਅਸੀਂ ਆਪਣੇ ਬਿਸਤਰੇ ਵਿਛਾ ਲਈਏ? ਕਦੇ ਨਹੀਂ, ਮਨ ਵਿੱਚ ਇਹ ਕਦੇ ਨਹੀਂ ਸੋਚਿਆ। ਕਿਉਂਕਿ ਪਤਾ ਹੈ ਕਿ ਇਹ ਘਰ ਗੰਦਾ ਹੈ। ਫਿਰ ਅਸੀਂ ਕਿੱਥੇ ਵਿਛਾਉਂਦੇ ਹਾਂ? ਜਾਂ ਤਾਂ ਉਸ ਘਰ ਨੂੰ ਸਾਫ਼ ਕਰਦੇ ਹਾਂ, ਉਹਦੀ ਸਫਾਈ ਕਰਦੇ ਹਾਂ, ਅਤੇ ਜਾਂ ਫਿਰ ਸਾਫ਼ ਘਰ ਲੱਭਦੇ ਹਾਂ, ਫਿਰ ਉਸ ਘਰ ਨੂੰ ਖਰੀਦਦੇ ਹਾਂ ਕਿ ਇਹ ਸਾਡੇ ਰਹਿਣ ਦੇ ਲਾਇਕ ਆ। ਜਿਸ ਤਰ੍ਹਾਂ ਇਸ ਸਰੀਰ ਨੂੰ ਇੱਕ ਚੰਗਾ ਨਿਵਾਸ ਚਾਹੀਦਾ ਨਾ, ਉਸ ਪਰਮਾਤਮਾ ਦੇ ਨਾਮ ਨੂੰ ਵੀ ਜਿਸ ਘਰ ਦੇ ਵਿੱਚ ਉਹਨੇ ਵਸਣਾ ਹੈ ਉਹ ਐਨ ਸਾਫ਼ ਹੋਣਾ ਚਾਹੀਦਾ। ਦੂਜੀ ਗੱਲ, ਇਹ ਸੰਸਾਰੀ ਉਦਾਹਰਨ ਸੀ। ਅਧਿਆਤਮਿਕ ਰੂਪ ਵਿੱਚ ਵੇਖੀਏ, ਸਾਡੇ ਆਸੇ ਪਾਸੇ ਸਾਰੇ ਘਰ ਨੇ। ਗੁਰੂ ਕਿੱਥੇ ਵੱਸਦਾ? ਇਸ ਮੰਦਰ ਦੇ ਵਿੱਚ। ਬਾਕੀ ਸਾਰੇ ਘਰਾਂ ਵਿੱਚ ਅਸੀਂ ਹਾਂ ਅਤੇ ਅਸੀਂ ਆਖਦੇ ਹਾਂ ਇਹ ਸਾਡਾ ਘਰ ਹੈ। ਪਰ ਜਿੱਥੇ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ, ਅਸੀਂ ਆਖਦੇ ਹਾਂ ਇਹ ਗੁਰੂ ਦਾ ਘਰ ਹੈ। ਕਦੀ ਆਖਿਆ ਕਿਸੇ ਨੇ ਕਿ ਇਹ ਮੇਰਾ ਘਰ ਹੈ? ਠੀਕ ਹੈ, ਅੱਜ ਦੇ ਕੁਝ ਕੁ ਸੱਜਣ ਜਿਨ੍ਹਾਂ ਦੇ ਮਨ ਅੰਦਰ ਜਿਹੜਾ ਵਾ ਉਹ ਚੌਧਰ ਦਾ ਅਹੰਕਾਰ ਹੁੰਦਾ ਨਾ, ਉਹ ਕਹਿ ਦਿੰਦੇ ਕਿ ਸਾਡਾ ਗੁਰਦੁਆਰਾ। ਕਈ ਵਾਰ ਇਹ ਸੁਣਨ ਵਿੱਚ ਆ ਜਾਂਦਾ ਕਿ ਭਾਈ ਸਾਡੇ ਗੁਰਦੁਆਰੇ ਤੁਸੀਂ ਕਥਾ ਕਰਨੀ ਹੈ। ਨਹੀਂ, ਸੰਗਤ ਦੇ ਵਿੱਚੋਂ ਪੁੱਛੀਏ, ਸੰਗਤ ਕਹਿੰਦੀ ਹੈ ਗੁਰਦੁਆਰਾ। ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰਦੁਆਰੇ ਹੋਏ ਸੋਝੀ ਪਾਏ ਸੀ, ਈਤ ਦੁਆਰੇ ਧੋਏ ਮਨ ਹੱਛਾ ਹੋਏ ਸੀ। ਹੁਣ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਸ ਗ੍ਰਹਿ ਵਿੱਚ ਉਹਦਾ ਆਗਮਨ ਹੋਣਾ ਨਾ, ਪ੍ਰਭ ਆਗਮ ਸੁਣਿਆ, ਜਿਹੜਾ ਕੰਨਾਂ ਦੇ ਨਾਲ ਸੁਣਿਆ ਸੀ ਨਾ ਕਿ ਮੇਰਾ ਪ੍ਰਭੂ ਆ ਰਿਹਾ, ਉਹਨੇ ਟਿਕਣਾ ਕਿੱਥੇ ਹੈ? ਮੰਦਰ ਦੇ ਵਿੱਚ। ਘਰ ਦੇ ਵਿੱਚ ਨਹੀਂ, ਮੰਦਰ ਦੇ ਵਿੱਚ। ਉਹ ਮੰਦਰ ਜਿੱਥੇ ਐਨ ਸਾਫ ਸੁਥਰਾ, ਕਿਸੇ ਦਾ ਹੱਕ ਨਹੀਂ ਉਸ ਦੇ ਵਿੱਚ। ਉੱਥੇ ਸਾਰਿਆਂ ਦਾ ਸਭੇ ਸਾਂਝੀ ਵਾਲ ਸਦਾਇਣ, ਕੋਈ ਨਾ ਦਿਸੈ ਬਾਹਰ ਜੀਵ। ਇੱਥੇ ਮੁਸਲਮਾਨ ਆ ਜਾਵੇ, ਇੱਥੇ ਕ੍ਰਿਸਚਨ ਆ ਜਾਵੇ, ਇੱਥੇ ਹਿੰਦੂ ਆ ਜਾਵੇ, ਕਿਸੇ ਨੂੰ ਮਨਾ, ਕਿਸੇ ਜਾਤ ਦਾ, ਕਿਸੇ ਪਾਤ ਦਾ। ਮੈਂ ਬੇਨਤੀ ਕੀਤੀ ਸੀ ਕਿ ਮਨੁੱਖ ਜਦੋਂ ਤੱਕ ਜਾਤ ਦੇ ਨਾਲ ਬੱਝਾ ਨਾ, ਉਦੋਂ ਤੱਕ ਇਹਦੇ ਨਾਲ ਕਿਸੇ ਦੀ ਮੁਹੱਬਤ ਨਹੀਂ। ਅਤੇ ਜਿਸ ਦਿਨ ਇਹਦੇ ਅੰਦਰ ਜੋਤ ਨੇ ਆਣ ਕੇ ਵਾਸਾ ਕਰ ਲਿਆ, ਫਿਰ ਸਾਰੇ ਆਪਣੇ ਨੇ। ਕਿਉਂਕਿ ਤੁਹਾਡੇ ਵਿੱਚ ਵੀ ਜੋਤ ਉਹ ਹੈ ਅਤੇ ਮੇਰੇ ਵਿੱਚ ਵੀ ਉਹ ਹੈ। ਜਦੋਂ ਤੱਕ ਅਸੀਂ ਜਾਤ ਦੇ ਅਭਿਮਾਨੀ, ਜਾਤ ਦੇ ਵਿੱਚ ਫਸੇ ਹੋਵਾਂਗੇ, ਫਿਰ ਮੈਂ ਕਥਾਵਾਚਕ ਅਤੇ ਤੁਸੀਂ ਸੰਗਤ ਜੇ। ਅਤੇ ਜਿਸ ਦਿਨ ਜੋਤ ਆ ਗਈ, ਪ੍ਰਗਟ ਹੋ ਗਈ, ਫਿਰ ਮੈਂ ਕਥਾਵਾਚਕ ਨਹੀਂ, ਮੈਂ ਰਿਹਾ ਹੀ ਨਹੀਂ। ਫਿਰ ਤਾਂ ਅਸੀਂ ਸਾਰੇ ਤੂੰ ਦੀ ਧੁਨ ਲਾ ਕੇ ਉਹਦੀ ਬੰਦਗੀ ਕਰਾਂਗੇ। ਫਿਰ ਅਸੀਂ ਸਾਰੇ ਹੀ ਇਕੱਠੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ, ਭਲਿਆ ਜਿਸ ਪਰਮਾਤਮਾ ਦੇ ਆਉਣ ਦੀ ਖਬਰ ਤੂੰ ਕੰਨਾਂ ਦੇ ਨਾਲ ਸੁਣੀ ਹੈ ਨਾ, ਉਹਨੇ ਵਸਣਾ ਕਿੱਥੇ ਹੈ? ਜਿਹੜਾ ਮੰਦਰ ਬਣ ਜਾਵੇ। ਮੰਦਰ ਨੂੰ ਹੀ ਅਸੀਂ ਪਵਿੱਤਰ ਕਹਿੰਦੇ ਹਾਂ ਨਾ, ਗ੍ਰਹਿ ਮੰਦਰ ਬਣਿਆ। ਜਦੋਂ ਘਰ ਮੰਦਰ ਬਣ ਜਾਵੇ, ਜਦੋਂ ਘਰ ਦੇ ਵਿੱਚ ਇਹੀ ਘਰ ਨੇ ਚਾਰ ਦੀਵਾਰੀ ਦੇ ਆਸੇ ਪਾਸੇ ਜਿਹੜੇ ਨੇ, ਜਦੋਂ ਇਹਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦਾ, ਫਿਰ ਸੰਗਤ ਜਾਂਦੀ ਹੈ ਨਾਲ। ਫਿਰ ਨਾ ਕੋਈ ਚਾਚਾ ਆਉਂਦਾ, ਨਾ ਕੋਈ ਤਾਇਆ ਆਉਂਦਾ। ਉੱਥੇ ਬੈਠੀ ਹੋਈ ਸਾਰੀ ਫਿਰ ਸੰਗਤ ਹੋ ਜਾਂਦੀ ਹੈ। ਉੱਥੇ ਉਸ ਘਰ ਵਿੱਚ ਰਹਿਣ ਵਾਲੇ ਵੀ ਸੰਗਤੀ ਰੂਪ ਬਣ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ, ਭਾਈ ਜਦੋਂ ਤੇਰਾ ਹਿਰਦਾ ਰੂਪੀ ਘਰ, ਜਿਹੜਾ ਹਿਰਦਾ ਹੈ ਨਾ ਅੰਦਰਲਾ, ਜਿੱਥੇ ਪ੍ਰਮਾਤਮਾ ਨੇ ਵਸਣਾ ਹੈ, ਇਹ ਜਿਹੜਾ ਗ੍ਰਹਿ ਹੈ, ਇਹ ਜਿਹੜਾ ਘਰ ਹੈ, ਇਹ ਮੰਦਰ ਬਣ ਜਾਵੇਗਾ ਨਾ, ਫਿਰ ਉਹਨੇ ਵਸਣਾ। ਅਤੇ ਇਹ ਮੰਦਰ ਕਿੱਦਾਂ ਬਣੇਗਾ? ਧਿਆਨ ਨਾਲ ਸੁਣਿਓ ਇਸ ਪੰਕਤੀ ਨੂੰ। ਹਰ ਮੰਗਲ ਗਾਓ। ਕੀ ਗਾਉਣਾ ਜੀ? ਕੋਈ ਸੰਸਾਰੀ ਗੀਤ ਗਾਉਣਾ? ਸੰਸਾਰੀ ਗੀਤ ਦੀ ਧੁਨ ਨਾਲ ਆਪਣੀ ਹੈ? ਨਹੀਂ। ਜੋ ਅਸੀਂ
ਸੰਸਾਰੀ ਜਿਹੜਾ ਲੱਚਰਤਾ ਭਰਿਆ ਗੀਤ ਅਸੀਂ ਸਰਵਣ ਕਰਦੇ ਹਾਂ, ਸੁਣਦੇ ਹਾਂ ਕੰਨਾਂ ਦੇ ਨਾਲ, ਉਹ ਸੁਣਿਆ ਨਹੀਂ। ਹਰ ਮੰਗਲ ਗਾਓ, ਪਰਮਾਤਮਾ ਦਾ ਮੰਗਲ, ਪਰਮਾਤਮਾ ਦਾ ਗੀਤ। ਅਤੇ ਪਰਮਾਤਮਾ ਦਾ ਗੀਤ ਕੀ ਹੈ? ਗੁਰੂ ਸਾਹਿਬ ਨੂੰ ਪੁੱਛੀਏ ਤਾਂ ਗੁਰੂ ਕਹਿੰਦੇ ਨੇ, ਭਲਿਆ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ ਉਹਦਾ ਗੀਤ ਹੈ। ਕਿਸੇ ਕਿਰਸਾਨ ਨੂੰ ਯਾਦ ਕਰਨਾ ਹੋਵੇ ਨਾ, ਤੇ ਜਿਹੜਾ ਲੇਖਕ ਹੈ ਉਹ ਫਿਰ ਕਿਰਸਾਨ ਦਾ ਗੀਤ ਲਿਖਦਾ। ਕਿਸੇ ਸ਼ਾਹ ਨੂੰ ਯਾਦ ਕਰਨਾ ਹੋਵੇ ਤੇ ਲੇਖਕ ਸ਼ਾਹ ਦਾ ਗੀਤ ਲਿਖਦਾ, ਤੇ ਫਿਰ ਗਾਉਣ ਵਾਲੇ ਉਹ ਗਾਉਂਦੇ ਨੇ। ਤੇ ਪਰਮਾਤਮਾ ਦਾ ਗੀਤ ਫਿਰ ਲਿਖਿਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਕਮਾਲ ਕਰ ਦਿੱਤੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੋਹਰ ਵੀ ਲਾ ਦਿੱਤੀ ਵੀ ਗੁਰੂ ਦੀ ਕਿਰਪਾ ਦੇ ਨਾਲ ਮਿਲਣਾ। ਇਸ ਗੀਤ ਨੂੰ ਗਾ, ਤੇ ਗੀਤ ਨੂੰ ਗਾਉਂਦਿਆਂ ਗਾਉਂਦਿਆਂ ਮਨ ਵਿੱਚ ਇਹ ਧਾਰਨ ਜ਼ਰੂਰ ਕਰਨਾ ਹੈ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਪਵਿੱਤਰਤਾ ਰੱਖਣ ਦੇ ਨਾਲ ਰੋਜ਼ ਇਸ ਤਨ ਨੂੰ ਧੋਈ ਜਾ, ਰੋਜ਼ ਤਨ ਨੂੰ ਧੋਈ ਜਾ। ਹੁਣ ਇੱਕ ਮਿੱਟੀ ਦੀ ਢੇਰੀ ਹੈ, ਮੰਨ ਲਓ ਇੱਕ ਢੇਮ ਮਿੱਟੀ ਦੀ ਲੈ ਲਈ, ਉਹਨੂੰ ਧੋਈ ਜਾਵਾਂਗੇ, ਉਹਦੇ ਵਿੱਚੋਂ ਕੀ ਨਿਕਲੇਗਾ? ਖੁਰ ਖੁਰ ਕੇ ਮਿੱਟੀ ਨਿਕਲਣੀ, ਹੋਰ ਹੈ ਕੁਛ ਨਹੀਂ। ਅਤੇ ਜਿਸ ਦਿਨ ਅਸੀਂ ਮਨ ਨੂੰ ਧੋ ਲਿਆ ਨਾ, ਇਸ ਮਿੱਟੀ ਨੂੰ ਧੋਤਿਆਂ ਕੋਈ ਪ੍ਰਵਾਹ ਨਹੀਂ। ਮਿੱਟੀ ਤਨ ਸਾਫ਼ ਕਰਨਾ ਗੁਰੂ ਨੇ ਅੰਮ੍ਰਿਤ ਵੇਲੇ ਦਰਜਾ ਦਿੱਤਾ ਕਿ ਭਲਿਆ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਸਰੀਰ ਨੂੰ ਸਵੱਛ ਬਣਾ। ਤੇਰਾ ਤਨ ਤੰਦਰੁਸਤ ਹੋਣਾ ਚਾਹੀਦਾ। ਜੇ ਨਹਾਏਗਾ ਨਾ ਤੇ ਤੈਨੂੰ ਸੁਸਤੀ ਪਏਗੀ। ਸਭ ਤੋਂ ਪਹਿਲਾਂ ਉੱਠ, ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਇਸ਼ਨਾਨ ਕਰ, ਅਤੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਣੇ ਮਨ ਨੂੰ ਧੋਣ ਵਾਸਤੇ ਅੰਮ੍ਰਿਤ ਰੂਪੀ ਬਾਣੀ ਪੜ੍ਹ। ਅਤੇ ਅੰਮ੍ਰਿਤ ਰੂਪੀ ਬਾਣੀ ਆਖਦੀ ਹੈ ਕਿ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ। ਲੱਖਾਂ ਵਾਰ ਆਪਣੇ ਤਨ ਨੂੰ ਧੋਈ ਜਾ, ਸੋਚ ਰੱਖੀ ਜਾ, ਇਸ਼ਨਾਨ ਕਰੀ ਜਾ, ਪਰ ਇਹ ਸੁੱਚਾ ਨਹੀਂ ਹੋਣਾ। ਕਈ ਹੁਣ ਮੌਨ ਵਰਤ ਰੱਖਦੇ ਨੇ, ਅਤੇ ਗੁਰੂ ਸਾਹਿਬ ਕਹਿੰਦੇ ਨੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜੇ ਗਾ ਰਿਹਾ ਏ, ਪੜ੍ਹ ਰਿਹਾ ਏ, ਅਤੇ ਐਵੇਂ ਨਾ ਮੌਨ ਵਰਤ ਰੱਖ ਕੇ ਆਖੀਏ ਕਿ ਸ਼ਾਇਦ ਮੈਨੂੰ ਮਿਲ ਜਾਵੇ, ਕਿਤੇ ਕਿਤੇ ਬੋਲਣਾ ਵੀ ਪੈਂਦਾ। ਖੈਰ ਮੈਂ ਉੱਧਰ ਨਾ ਜਾਵਾਂ। ਗੁਰੂ ਸਾਹਿਬ ਨੇ ਬੜੀ ਕਮਾਲ ਕੀਤੀ ਹੈ, ਨਿਰੰਕਾਰੀ ਬਾਣੀ ਦਿੱਤੀ ਹੈ ਕਿ ਭਲਿਆ ਇਹ ਪਰਮਾਤਮਾ ਦਾ ਗੀਤ ਹੈ, ਇਹ ਪਰਮਾਤਮਾ ਦਾ ਮੰਗਲ ਹੈ। ਜਿੰਨੀ ਸਮੁੱਚੀ ਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਉਸ ਬਾਣੀ ਨੂੰ ਗਾ। ਹਰ ਮੰਗਲ ਗਾਓ ਸਖੀ ਹੇ ਮੇਰੀਓ ਸਖੀਓ ਸਹੇਲੀਓ, ਗੁਰਸਿੱਖ ਭੈਣੋ ਉਸ ਪਰਮਾਤਮਾ ਦੇ ਨਾਮ ਦਾ ਮੰਗਲ ਗਾਓ, ਪਰਮਾਤਮਾ ਦੇ ਨਾਮ ਦੇ ਗੀਤ ਨੂੰ ਗਾਓ। ਅਤੇ ਫਿਰ ਕੀ ਹੋਵੇਗਾ? ਗ੍ਰਹਿ ਮੰਦਰ ਬਣਿਆ। ਫਿਰ ਇਹ ਜਿਹੜਾ ਗ੍ਰਹਿ, ਇਹ ਹਿਰਦਾ ਘਰ, ਇਹ ਮੰਦਰ ਬਣ ਜਾਵੇਗਾ। ਅਤੇ ਜਿਸ ਤਰ੍ਹਾਂ ਬਣਾਏ ਹੋਏ ਮੰਦਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਜਾਂਦੇ ਨੇ, ਜਿਸ ਤਰ੍ਹਾਂ ਘਰ ਵਿੱਚ ਕਰਕੇ ਸਫਾਈ ਅਤੇ ਲਾ ਕੇ ਪੀੜਾ ਚੰਦੂਆ ਲੱਗਾ ਹੋਵੇ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ। ਉਸੇ ਘਰ ਦੇ ਵਿੱਚ ਸੋਫਾ ਲੱਗਾ ਹੋਵੇ ਅਤੇ ਅਸੀਂ ਮਹਾਰਾਜ ਦੀ ਬੀੜ ਨਹੀਂ ਲੈ ਕੇ ਜਾ ਸਕਦੇ। ਜਦੋਂ ਉੱਥੇ ਅਸਥਾਨ ਬਣ ਜਾਵੇ ਅਤੇ ਫਿਰ ਉਹ ਥਾਂ ਪਵਿੱਤਰ ਹੋ ਜਾਂਦਾ। ਜਿੱਥੈ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉਹ ਧੂਰ ਜਿਹੜੀ ਲੋਕ ਚਰਨਾਂ ਨੂੰ ਲਾਉਂਦੇ ਨੇ ਜਾ ਕੇ, ਉਹ ਥਾਂ ਪਵਿੱਤਰ ਹੋ ਜਾਂਦਾ। ਸਤਿਗੁਰੂ ਤੇ ਘਰ ਵਿੱਚ ਚਰਨ ਪਾ ਦੇ ਵਿੱਚ ਘਰ ਪਵਿੱਤਰ ਹੋ ਜਾਂਦਾ। ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਸੱਜਣਾ, ਉਸ ਦਿਨ ਤੇਰਾ ਹਿਰਦਾ ਵੀ ਪਵਿੱਤਰ ਹੋ ਜਾਵੇਗਾ। ਇਹਦੇ ਅੰਦਰੋਂ ਫਿਰ ਅਹੰਕਾਰ ਦੀ ਬੋ ਨਹੀਂ ਆਵੇਗੀ। ਇਹਦੇ ਅੰਦਰੋਂ ਫਿਰ ਮੈਂ ਮੇਰੇ ਦੀ ਜਿਹੜੀ ਆ ਉਹ ਬਦਬੂ ਨਹੀਂ ਆਵੇਗੀ। ਫਿਰ ਇਹ ਤੂੰ ਦੀ ਧੁਨੀ ਲਾਪ ਕੇ ਉਸ ਨਿਰੰਕਾਰ ਨੂੰ ਯਾਦ ਕਰੇਗਾ ਅਤੇ ਆਖੇਗਾ ਇਹ ਸਭ ਕੁਝ ਤੇਰਾ ਦਿੱਤਾ ਹੋਇਆ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਫਿਰ ਇਹ ਅਲਾਪੇਗਾ, ਇਹ ਨਹੀਂ ਆਖੇਗਾ ਕਿ ਮੈਂ ਪੈਦਾ ਕੀਤਾ ਅਤੇ ਮੈਂ ਦੇ ਰਿਹਾ ਨਾ। ਉਹ ਪਰਮਾਤਮਾ ਇਹ ਸਭ ਕੁਝ ਬਣਾ ਰਿਹਾ ਅਤੇ ਪਰਮਾਤਮਾ ਹੀ ਸਭ ਨੂੰ ਵੰਡ ਰਿਹਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ।
ਹੁਣ ਇਸ ਗੀਤ ਨੂੰ ਗਾਉਣ ਦਾ ਜਿਹੜਾ ਇਹ ਮੰਗਲ ਹੈ ਪ੍ਰਮਾਤਮਾ ਦੇ ਨਾਮ ਦਾ, ਇਹਨੂੰ ਗਾਉਣ ਦੇ ਨਾਲ ਹੋਏਗਾ ਕਿ ਸਭ ਤੋਂ ਪਹਿਲਾਂ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਰਤ ਰੱਖੀ ਕਿ ਨਿੱਤ ਗਾਉਣਾ। ਇਹ ਨਹੀਂ ਕਿ ਇੱਕ ਵਾਰੀ ਗਾ ਲਿਆ ਅਤੇ ਆਖਿਆ ਸ਼ਾਇਦ ਹੁਣ ਇਹਦਾ ਫਲ ਸਾਰੀ ਉਮਰ ਲਈ ਮਿਲੇਗਾ। ਗੁਰੂ ਸਾਹਿਬ ਕਹਿੰਦੇ ਹਰ ਗਾਓ ਮੰਗਲ ਨਿਤ ਸਖੀਏ। ਇਹ ਸਤਸੰਗੀ ਸਹੇਲੀਓ, ਮੇਰੀਓ ਸਖੀਓ, ਮੇਰੇ ਨੇੜੇ ਢੁਕਣ ਵਾਲੀਓ, ਨਿਤ ਉਸ ਪਰਮਾਤਮਾ ਦੇ ਇਸ ਗੀਤ ਨੂੰ ਗਾਓ। ਨਿਤ ਜਪ ਬਾਣੀ ਦਾ ਪਾਠ ਕਰੋ, ਨਿਤ ਮੂਲ ਮੰਤਰ ਦਾ ਜਾਪ ਕਰੋ, ਨਿਤ ਸਿਮਰਨ ਕਰੋ। ਇਸ ਨਿਤਾ ਪ੍ਰਤੀ ਮਰਜ਼ਾਦਾ ਨੂੰ ਨਿਭਾਉਣ ਦੇ ਨਾਲ ਹੋਏਗਾ ਕਿ ਗੁਰੂ ਸਾਹਿਬ ਕਹਿੰਦੇ ਸੋਗ ਦੁੱਖ ਨਾ ਵਿਆਪੇ। ਉਹਨੂੰ ਫਿਰ ਦੁੱਖ ਨਹੀਂ ਪਾਉਂਦਾ, ਉਹ ਬੇਚੈਨ ਨਹੀਂ ਹੁੰਦਾ, ਐਨ ਮਸਤ ਜੀਵਨ ਵਿੱਚ ਬੈਠਾ ਹੋਇਆ ਭਾਈ ਮਨੀ ਸਿੰਘ ਜੀ ਤਰ੍ਹਾਂ ਉਹ ਸੇਵਾ ਕਰਦਾ ਏ ਅਤੇ ਦੁੱਖ ਉਹਦੇ ਨੇੜੇ ਨਹੀਂ ਆਉਂਦਾ। ਹੁਣ ਸਾਹਮਣੇ ਜਲਾਦ ਬੈਠਾ, ਜਲਾਦ ਹੱਥ ਵਿੱਚ ਉਹਦੇ ਕੱਟਣ ਵਾਸਤੇ ਟੋਕਾ ਏ, ਅਤੇ ਜਦੋਂ ਉਹ ਬੈਠਦਾ ਨਾ ਕੱਟਣ ਵਾਸਤੇ ਅਤੇ ਭਾਈ ਮਨੀ ਸਿੰਘ ਜੀ ਐਨ ਅਡੋਲ ਪਰਮਾਤਮਾ ਦੀ ਬੰਦਗੀ ਕਰਦੇ, ਅੱਖਾਂ ਮੀਟ ਕੇ ਜਪ ਬਾਣੀ ਦਾ ਜਾਪ ਚੱਲ ਰਿਹਾ। ਬਾਣੀ ਪੜ੍ਹਦਿਆਂ ਹੁਣ ਐਨ ਇੱਕ ਪਾਸੇ ਬਾਣੀ ਨਿਰੰਤਰ ਜਾਰੀ ਹੈ ਅਤੇ ਦੂਜੇ ਪਾਸੇ ਜਦੋਂ ਉਹ ਜਲਾਦ ਹੱਥ ਉੱਤੇ ਟੋਕਾ ਮਾਰਨ ਲੱਗਦਾ, ਉਹ ਕੱਟਣ ਲੱਗਦਾ ਅਤੇ ਭਾਈ ਮਨੀ ਸਿੰਘ ਜੀ ਬਾਂਹ ਫੜ ਲੈਂਦੇ ਨੇ। ਬਾਂਹ ਇਸ ਕਰਕੇ ਨਹੀਂ ਫੜਦੇ ਕਿ ਮੈਨੂੰ ਡਰ ਆ ਗਿਆ ਕਿ ਮੇਰੇ ਤਨ ਨੂੰ ਕਸ਼ਟ ਹੋਣਾ, ਦੁੱਖ ਹੋਣਾ ਹੁਣ, ਅਤੇ ਤੂੰ ਮੇਰੇ ਤਨ ਨੂੰ ਕੱਟੀ ਨਾ। ਫਿਰ ਉੱਥੇ ਸੋਗ ਅਤੇ ਦੁੱਖ ਐਨ ਪਿੱਛੇ ਦੌੜ ਜਾਂਦੇ ਨੇ। ਫਿਰ ਭਾਈ ਮਨੀ ਸਿੰਘ ਜੀ ਕਹਿੰਦੇ ਭਲਿਆ ਤੇਰਾ ਕੰਮ ਹੈ ਕੱਟਣਾ, ਅਤੇ ਤੇਰੇ ਮਾਲਕ ਨੇ ਤੈਨੂੰ ਹੁਕਮ ਕੀਤਾ ਕਿ ਬੰਦ ਕੱਟਣਾ, ਅਤੇ ਮੇਰੇ ਮਾਲਕ ਦਾ ਹੁਕਮ ਹੈ ਕਿ ਤੂੰ ਬੰਦ ਕਟਾਉਣਾ। ਅਤੇ ਬੰਦ ਕੇਵਲ ਹੱਥ ਨਹੀਂ, ਬੰਦ ਅਤੇ ਕੱਲੇ ਪੋਟਿਆਂ ਨੂੰ ਕੱਟ। ਤੂੰ ਆਪਣੇ ਮਾਲਕ ਦੇ ਹੁਕਮ ਨੂੰ ਵਜਾ, ਮੈਂ ਆਪਣੇ ਮਾਲਕ ਦੇ ਹੁਕਮ ਨੂੰ ਵਜਾਉਣਾ। ਅਤੇ ਕਿੰਨੀ ਸ਼ਾਂਤੀ ਹੋਏਗੀ ਮਨ ਅੰਦਰ। ਸ਼ਹਾਦਤ ਦੇਣ ਲੱਗਿਆਂ ਵੀ ਅਗਲੇ ਨੂੰ ਸਮਝਾ ਰਹੇ ਨੇ ਕਿ ਭਲਿਆ ਤੇਰੇ ਮਾਲਕ ਦਾ ਆਹ ਹੁਕਮ ਹੈ, ਅਤੇ ਉਸ ਹੁਕਮ ਨੂੰ ਵਜਾ। ਅਤੇ ਭਾਈ ਮਨੀ ਸਿੰਘ ਦਾ ਬੰਦ ਕੱਟ ਰਹੇ ਨੇ, ਅਤੇ ਭਾਈ ਮਨੀ ਸਿੰਘ ਜੀ ਜਪ ਬਾਣੀ ਪੜ੍ਹਦੇ ਨੇ। ਸਾਡੇ ਵਾਂਗਾ ਨਹੀਂ ਉਲਾਮਾ ਦੇਣ ਲੱਗ ਪਏ, ਭਾਈ ਰੋਜ਼ਾਨਾ ਨਿਤਨੇਮ ਕਰਦੇ ਹਾਂ ਅਤੇ ਸਾਨੂੰ ਤਾਂ ਦੁੱਖ ਹੀ ਬੜੇ ਆਉਂਦੇ ਨੇ। ਗਵਾਂਢੀ ਸਾਡਾ ਬੜਾ ਵਧੀਆ, ਉਹਨੂੰ ਕਦੇ ਦੁੱਖ ਨਹੀਂ ਆਇਆ। ਪਰ ਜੇ ਅਸੀਂ ਧਿਆਨ ਮਾਰੀਏ, ਜਿਸ ਦਿਨ ਅਸੀਂ ਇਸ ਸਾਲ ਦੀ ਆਰੰਭਤਾ ਕੀਤੀ ਹੈ ਨਾ, ਅਤੇ ਮੈਂ ਵਿਚਾਰ ਕੀਤੀ ਸੀ 12 ਮਾਹ ਦੀ, ਅਤੇ ਉਹਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹ ਸਮਝਾਉਂਦੇ ਨੇ ਕਿ ਭਲਿਆ ਇਹ ਨਾ ਸੋਚਿਆ ਕਰ ਗੁਆਂਢੀ ਦੇ ਘਰ 4 ਬੋਰੀਆਂ ਕਣਕ ਦੀਆਂ ਅਤੇ ਮੇਰੇ ਘਰ 1, ਮੈਂ ਗੁਰਦੁਆਰੇ ਜਾਂਦਾ। ਇਹ ਧਿਆਨ ਦੇ ਨਾਲ ਵੇਖਿਆ ਕਰ ਕਿ ਤੇਰੇ ਕੀਤੇ ਕਰਮਾਂ ਦਾ ਤੈਨੂੰ ਫਲ ਇਹ ਮਿਲਿਆ ਈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਤੇਰੇ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਇਸ ਜ਼ਿੰਦਗੀ ਵਿੱਚ ਮਿਲ ਰਿਹਾ। ਕਿਸੇ ਦੇ ਕੋਲ ਵੱਧ ਹੈ, ਕਿਸੇ ਕੋਲ ਘੱਟ ਹੈ, ਕਿਸੇ ਨੇ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ ਅਤੇ ਕਿਸੇ ਨੇ ਉਸ ਜ਼ਿੰਦਗੀ ਨੂੰ ਲੇਖੇ ਲਾ ਲਿਆ। ਇਹ ਸਮਝਣ ਦਾ ਯਤਨ ਕਰ, ਅਤੇ ਜਿਸ ਦਿਨ ਸਮਝ ਆ ਜਾਵੇਗੀ ਨਾ, ਅਤੇ ਫਿਰ ਤੇ ਤੂੰ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਸਲਾਹ ਕਰੇਂਗਾ, ਅਤੇ ਫਿਰ ਉਸ ਸਲਾਹ ਦੇ ਵਿੱਚੋਂ, ਉਸ ਸਿਫਤ ਦੇ ਵਿੱਚੋਂ ਤੈਨੂੰ ਮਿਲੇਗਾ ਕਿ ਤੇਰੇ ਤਨ ਉੱਤੇ ਅੱਤ ਦਾ ਅਤਿਆਚਾਰ ਵੀ ਹੋਵੇ, ਤਨ ਉੱਤੇ ਕਸ਼ਟ ਵੀ ਆ ਜਾਵੇ, ਅਤੇ ਤੂੰ ਉਸ ਨੂੰ ਦੁੱਖ ਨਾ ਮੰਨੇ। ਗੁਰੂ ਸਾਹਿਬ ਦਾ ਪਾਵਨ ਬਚਨ ਹੈ ਤਾਂ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਉਹ ਫਿਰ ਇਸ ਸੋਨੇ ਨੂੰ ਵੀ ਜਿਹੜਾ ਵਾ ਉਹ ਮਿੱਟੀ ਕਰਕੇ ਜਾਣਦਾ। ਉਹਦੇ ਵਾਸਤੇ ਕੋਈ ਇਹ ਨਿੱਕੀਆਂ ਵੱਡੀਆਂ ਵਸਤਾਂ ਨਹੀਂ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰਜਾ ਪਏ
ਜਦੋਂ ਮਨੁੱਖ ਰੋਜ਼ਾਨਾ ਬੰਦਗੀ ਕਰਦਾ ਏ ਉਹਨੂੰ ਸੋਗ ਤੇ ਦੁੱਖ ਨਹੀਂ ਵਿਆਪਦੇ। ਤੇ ਦੂਜਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਣ ਕੇ ਗੁਰ ਚਰਨ ਲਾਗੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਕੇਵਲ ਮੱਥਾ ਹੀ ਨਹੀਂ ਟੇਕਿਆ, ਆਪਾ ਭਾਵ ਗੁਰੂ ਨੂੰ ਸਮਰਪਣ ਕਰ ਦਿੱਤਾ ਕਿ ਪਾਤਸ਼ਾਹ ਹੁਣ ਤੂੰ ਹੀ ਹੈ, ਨਾ ਮੈਂ ਝੂਠ ਬੋਲਾਂਗਾ ਨਾ ਮੈਂ ਕੁਫਰ ਤੋਲਾਂਗਾ। ਹੁਣ ਤੇਰੀ ਬਖਸ਼ਿਸ਼ ਕੀਤੀ ਹੋਈ ਜ਼ਿੰਦਗੀ ਦੇ ਵਿੱਚ ਸਤਿਗੁਣ ਜਿਹੜੇ ਨੇ ਉਹਨਾਂ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਤੇ ਫਿਰ ਉਹ ਆਣ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਇਹ ਸਮਝਦਾ ਹੈ ਕਿ ਇਹ ਦਿਨ ਹੁਣ ਜਿਹੜੇ ਨੇ ਸੁਭਾਗੇ, ਚੰਗੇ ਦਿਨ ਜਿਹੜੇ ਨੇ ਉਹ ਆ ਗਏ ਨੇ। ਕਿਉਂਕਿ ਆਪਣਾ ਪਿਰ ਜਾਪੇ ਉਹ ਫਿਰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਿਰ ਨੂੰ ਭਾਵ ਪਰਮਾਤਮਾ ਨੂੰ, ਆਪਣੇ ਪਤੀ ਨੂੰ ਯਾਦ ਕਰਦਾ ਹੈ ਜਿਹਨੇ ਪੈਦਾ ਕੀਤਾ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਭਾਈ ਇਹ ਅਨਾਹਦ ਨਾਦ ਜਿਹੜਾ ਹੈ ਨਾ, ਜਿਹੜਾ ਰਸ ਦੇਣ ਵਾਲੀ ਬਾਣੀ ਹੈ, ਜਿਹੜਾ ਤੇਰੇ ਮਨ ਨੂੰ ਟਿਕਾਉਣ ਵਾਲੀ ਬਾਣੀ ਹੈ, ਇਹ ਗੁਰੂ ਦੇ ਸ਼ਬਦ ਰਾਹੀਂ ਮਿਲਣੀ ਹੈ। ਗੁਰ ਚਰਨ ਲਾਗੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ। ਤੇ ਗੁਰੂ ਕਿਹੜਾ ਹੈ? ਗੁਰ ਸ਼ਬਦ। ਗੁਰ ਚਰਨ ਲਾਗੇ ਦਿਨ ਸੁਭਾਗੇ। ਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਅਸਲ ਵਿੱਚ ਜਿਹੜੀ ਬਾਣੀ ਹੈ ਉਹ ਅਨਹਤ ਬਾਣੀ ਗੁਰ ਸ਼ਬਦ, ਗੁਰੂ ਦਾ ਸ਼ਬਦ ਹੀ ਅਸਲ ਵਿੱਚ ਸਾਡਾ ਗੁਰੂ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਜਿਹਨੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਬਣਾ ਲਿਆ, ਇਸ ਬਾਣੀ ਨੂੰ ਗਾ ਕੇ ਉਹਦੇ ਅੰਦਰ ਅਨਾਹਦ ਨਾਦ ਵੱਜਣ ਲੱਗ ਪੈਂਦਾ, ਉਹ ਸ਼ਬਦ ਦੀ ਰੌਂ ਚੱਲ ਪੈਂਦੀ ਹੈ ਜਿਸ ਦੇ ਨਾਲ ਮਨ ਟਿਕ ਜਾਂਦਾ ਹੈ। ਤੇ ਫਿਰ ਉਸ ਟਿਕੇ ਹੋਏ ਮਨ ਦੇ ਨਾਲ ਹਰ ਨਾਮ ਹਰ ਰਸ ਭੋਗੋ। ਉਹ ਹਰੀ ਦਾ ਨਾਮ ਜਿਹੜਾ ਜਪਦਾ ਹੋਇਆ ਉਹਦੇ ਬਖਸ਼ਿਸ਼ ਕੀਤੇ ਇਹ ਜਿੰਨੇ ਵੀ ਪਦਾਰਥ ਨੇ ਉਹਨਾਂ ਵਿੱਚ ਭੋਗ ਭੋਗਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰਦਾ। ਹਰ ਨਾਮ ਹਰ ਰਸ ਭੋਗੋ। ਹਰੀ ਦਾ ਰਸ, ਹਰੀ ਦੇ ਨਾਮ ਦਾ ਰਸ ਲੈ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ। ਫਿਰ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜ਼ਕ ਸੰਭਾਹੇ। ਉਹ ਫਿਰ ਸਮਝਦਾ ਕਿ ਜੋ ਕੁਝ ਵੀ ਪਰਮਾਤਮਾ ਨੇ ਦਿੱਤਾ, ਚਾਹੇ ਉਹ ਸੁੱਕੀ ਰੋਟੀ ਹੈ ਤੇ ਚਾਹੇ ਉਹ ਚੋਪੜੀ ਹੋਈ ਹੈ, ਇਹ ਸਭ ਉਹਦੇ ਪਦਾਰਥ ਨੇ, ਉਹਦੇ ਵਿੱਚੋਂ ਰਸ ਲੈ ਲੈ ਕੇ ਫਿਰ ਖਾਂਦਾ। ਤੇ ਸਤਿਗੁਰੂ ਜੀ ਅਖੀਰ ਉੱਤੇ ਬਖਸ਼ਿਸ਼ ਕਰਦੇ ਨੇ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਭਾਈ ਉਹ ਫਿਰ ਸਤਿਗੁਰੂ ਰਹਿਮਤ ਕਰ ਦਿੰਦਾ ਹੈ। ਤੇ ਜਦੋਂ ਹਿਰਦਾ ਘਰ ਮੰਦਰ ਬਣ ਜਾਂਦਾ ਹੈ, ਉਹਦੇ ਵਿੱਚ ਪਰਮਾਤਮਾ ਦੇ ਨਾਮ ਦੇ ਅਨਾਹਦ ਨਾਦ ਵੱਜਣ ਲੱਗ ਜਾਂਦੇ ਨੇ, ਪਰਮਾਤਮਾ ਦੇ ਨਾਮ ਦੀ ਰੌਂ ਚੱਲ ਪੈਂਦੀ ਹੈ। ਫਿਰ ਅੰਦਰ ਹਿਰਦੇ ਘਰ ਵਿੱਚ ਸ਼ਬਦ ਵਸ ਜਾਂਦਾ ਹੈ। ਫਿਰ ਜਪ ਪੜ੍ਹਨ ਲੱਗਿਆਂ ਨੀਂਦ ਨਹੀਂ ਆਉਂਦੀ, ਰਸ ਆਉਂਦਾ ਹੈ। ਝੂਮ ਝੂਮ ਕੇ ਫਿਰ ਉਹ ਪੜ੍ਹਦਾ ਹੈ, ਬੜੇ ਆਨੰਦ ਦੇ ਨਾਲ ਬਾਣੀ ਨੂੰ ਪੜ੍ਹਦਾ ਹੈ। ਜਦੋਂ ਉਹਨੂੰ ਸਿਮਰਨ ਕਰਨ ਲੱਗਿਆਂ ਸੁਸਤੀ ਨਹੀਂ ਪੈਂਦੀ, ਫਿਰ ਉਹਨੂੰ ਚਾਉ ਪੈਦਾ ਹੁੰਦਾ ਹੈ। ਫਿਰ ਉਸ ਚਾਅ ਦੇ ਵਿੱਚ ਉਹ ਪ੍ਰਭੂ ਫਿਰ ਉਹਦੇ ਨਾਲ ਆਪ ਮਿਲਾਪ ਕਰਦਾ ਹੈ। ਕਹੈ ਨਾਨਕ ਪ੍ਰਭ ਆਪ ਮਿਲਿਆ, ਉਹ ਆਪ ਆਣ ਕੇ ਮਿਲਦਾ। ਫਿਰ ਸਾਨੂੰ ਜਾਣ ਦੀ ਲੋੜ ਨਹੀਂ, ਫਿਰ ਉਹ ਪਰਮਾਤਮਾ ਆਪ ਰਹਿਮਤ ਕਰਕੇ ਮਿਲਦਾ ਹੈ। ਭਾਈ ਕਰਨ ਕਾਰਨ ਜੋਗੂ, ਉਹ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਤੇ ਉਸ ਨੂੰ ਰਚ ਕੇ ਉਹਦੀ ਸੰਭਾਲ ਕਰਨ ਵਾਲਾ ਹੈ। ਐਸੇ ਪਰਮਾਤਮਾ ਦਾ ਸਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਉਹਦੇ ਸਿਮਰਨ ਦੇ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।